ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ। ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸਕ। ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਮੰਦ ਹੀ ਮੰਦ ਅਨੰਦਪੁਰੇ। ਕਹੋ ਆਵਤ ਸ਼ੋਕ ਬਿਲੰਦ ਉਪਾਏ। ਬ੍ਰਿੰਦ ਮਸੰਦਨ ਸੇਵਕ ਸਿੱਖ ਬਿਮਾਨ ਚਹੂੰ ਦਿਸ ਹਵੈ ਗਮਨਾਏ। ਮੰਦ ਹੀ ਮੰਦ ਅਨੰਦਪੁਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਥੋੜ੍ਹੀ ਜਿਹੀ ਆਵਾਜ਼ ਕਰ ਦਿਓ। ਗਰੀਬ ਨਵਾਜ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਸਦਕਾ ਸਤਸੰਗਤ ਦੀਆਂ ਪਵਿੱਤਰ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਦੀਨ ਦਿਆਲ ਸਤਿਗੁਰੂ ਜੀ
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਅੱਜ ਸ਼ਹੀਦੀ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿਛਲੇ ਕੁਝ ਦਿਨਾਂ ਤੋਂ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਸ਼ਹਾਦਤ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਆਪਣੀ ਸ਼ਹਾਦਤ ਦਿੱਤੀ ਹੈ। ਮਘਰ ਸੁਦੀ ਪੰਚਮੀ ਬਿਕਰਮੀ ਸੰਮਤ 1732 ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਜਦੋਂ ਦਿਨ ਖੜੇ ਸ਼ਹੀਦੀ ਪ੍ਰਾਪਤ ਕੀਤੀ ਹੈ, ਗਰੀਬ ਨਵਾਜ਼ ਸਤਿਗੁਰੂ ਜੀ ਦੇ ਸ਼ਹੀਦ ਹੋਣ ਤੋਂ ਮਹਾਰਾਜ ਜੀ ਦਾ ਸ਼ੀਸ਼ ਭਾਈ ਜੈਤਾ ਦੀ ਝੋਲੀ 'ਚ ਆ ਕੇ ਪਿਆ ਹੈ। ਭਾਈ ਜੈਤਾ ਸਤਿਗੁਰੂ ਜੀ ਦੀ ਆਗਿਆ ਮੁਤਾਬਕ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ ਹੈ। ਇੱਧਰ ਸਤਿਗੁਰੂ ਜੀ ਦਾ ਪਵਿੱਤਰ ਧੜ ਨਰੰਗੇ ਨੇ ਬੇਅਦਬੀ ਕਰਨੀ ਚਾਹੀ। ਕਿਹਾ ਜੇ ਕੋਈ ਸਿੱਖ ਹੈ ਤਾਂ ਮਹਾਰਾਜ ਦਾ ਧੜ ਲੈ ਜਾਵੇ ਤੇ ਸੰਸਕਾਰ ਕਰ ਲਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਧੜ ਨੂੰ ਪ੍ਰਾਪਤ ਕਰਨ ਵਾਸਤੇ ਕਿਸੇ ਦਾ ਵੀ ਹੀਆ ਨਹੀਂ ਪਿਆ। ਡਰ ਗਏ ਸਭ ਕਿ ਜੇ ਪਤਾ ਲੱਗ ਗਿਆ ਨਰੰਗੇ ਨੂੰ ਪਰਿਵਾਰ ਸਮੇਤ ਕਤਲ ਕਰ ਦੇਵੇਗਾ। ਭਾਈ ਲੱਖੀ ਸ਼ਾਹ ਜੀ ਵਣਜਾਰਾ ਜਦੋਂ ਗੁਰੂਦੇਵ ਦੀ ਸ਼ਹਾਦਤ ਬਾਰੇ ਪਤਾ ਲੱਗਾ, ਬਹੁਤ ਮਨ ਦੇ ਅੰਦਰ ਬੈਰਾਗ ਕੀਤਾ। ਬੜਾ ਜ਼ਿਆਦਾ ਆਪਣੇ ਆਪ ਨੂੰ ਕੋਸਦੇ ਹੈ ਕਿ ਤਰਕਾਰ ਹੈ ਸਾਡੀ ਸਿੱਖੀ ਨੂੰ, ਗੁਰੂਦੇਵ ਦੀ ਸੇਵਾ ਨਹੀਂ ਕਰ ਸਕੇ। ਇਹੀ ਹੈ ਨਾ ਕਿ ਨਰੰਗਾ ਮਾਰ ਦੇਵੇਗਾ। ਮਨ ਵਿੱਚ ਇਹ ਖਿਆਲ ਆਇਆ ਕਿ ਹੁਣ ਗੁਰੂਦੇਵ ਦੇ ਧੜ ਦੀ ਬੇਅਦਬੀ ਨਾ ਹੋਵੇ, ਮਹਾਰਾਜ ਜੀ ਦੇ ਧੜ ਦਾ ਅੰਤਮ ਸੰਸਕਾਰ ਕਰਨਾ ਚਾਹੀਦਾ। ਇਉਂ ਵਿਉਂਤ ਬਣਾ ਕੇ ਲੱਖੀ ਸ਼ਾਹ ਆਪਣੇ ਨੌਕਰਾਂ ਚਾਕਰਾਂ ਤੇ ਸਾਥੀਆਂ ਨੂੰ ਨਾਲ ਲੈ ਕੇ 10,000 ਗੱਡਾ ਰੂੰ ਦਾ ਭਰਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੜ ਲੈਣ ਲਈ ਇਹਨੇ ਚਾਂਦਨੀ ਚੌਂਕ ਤੱਕ ਇਹੋ ਜਿਹੀ ਗੱਡਿਆਂ ਦੀ ਲਾਰ ਬਣਾਈ। ਬਹੁਤ ਧੂੜ ਉੱਡਣ ਕਰਕੇ ਸਿਪਾਹੀਆਂ ਦਾ ਨੇਤਰ ਸਭ ਦੇ ਭਰ ਗਏ, ਆਪਣੇ ਥਾਂ ਨੂੰ ਛੱਡ ਕੇ ਪਾਸੇ ਹੋ ਗਏ। ਗੁਰੂ ਸਾਹਿਬ ਨੇ ਇਹੋ ਜਿਹੀ ਕਲਾ ਵਰਤਾਈ। ਬੜੀ ਜਲਦ ਭਾਈ ਲੱਖੀ ਸ਼ਾਹ ਜੀ ਨੇ 5 ਸਿੱਖਾਂ ਸਮੇਤ ਮਹਾਰਾਜ ਦੀ ਪਾਵਨ ਦੇਹੀ ਨੂੰ ਉਠਾ ਕੇ ਰੂੰ ਦੇ ਭਰੇ ਗੱਡੇ ਵਿੱਚ ਲੁਕਾ ਲਿਆ। ਲੱਭ ਥੱਕੇ ਪਰ ਮਹਾਰਾਜ ਜੀ ਦਾ ਧੜ ਨਹੀਂ ਮਿਲਿਆ। ਘੇਰਾ ਪਾ ਕੇ ਵਣਜਾਰਿਆਂ ਦੀ ਤਲਾਸ਼ੀ ਵੀ ਲਈ, ਪਰ ਜਿਸ ਗੱਡੇ ਵਿੱਚ ਮਹਾਰਾਜ ਦਾ ਧੜ ਲੁਕਾਇਆ ਹੋਇਆ ਸੀ, ਵਾਹਿਗੁਰੂ ਨੇ ਇਹੋ ਜਿਹੀ ਕਲਾ ਵਰਤਾਈ, ਇਹ ਉਸ ਗੱਡੇ ਨੂੰ ਗਿਣੀ ਨਹੀਂ ਸੀ ਪਾਉਂਦੇ। ਅਖੀਰ ਮਹਾਰਾਜ ਜੀ ਦੇ ਧੜ ਨੂੰ ਆਪਣੇ ਘਰ ਵਿੱਚ ਲਿਆ ਕਰਕੇ ਚੰਦਨ ਦੀ ਚਿਖਾ ਸਜਾ ਕੇ ਭਾਈ ਲੱਖੀ ਸ਼ਾਹ ਜੀ ਨੇ ਮਹਾਰਾਜ ਦੀ ਪਾਵਨ ਦੇਹੀ ਦਾ ਅੰਤਮ ਸੰਸਕਾਰ ਕੀਤਾ ਅਤੇ ਵਿਖਾਉਣ ਨੂੰ ਇਹ ਪ੍ਰਗਟਾਵਾ ਕੀਤਾ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ। ਸੱਚੇ ਪਾਤਸ਼ਾਹ ਜੀ ਦੇ ਜੋ ਪਵਿੱਤਰ ਅਸਤ ਸਨ, ਅੰਗੀਠਾ ਇਕੱਠਾ ਕਰਕੇ ਗਾਗਰਾਂ ਭਰ ਕੇ ਧਰਤੀ ਦੀ ਗੋਦ ਵਿੱਚ ਰੱਖ ਦਿੱਤੀਆਂ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਸ ਥਾਂ 'ਤੇ ਪਹਿਲਾ ਨਿਸ਼ਾਨ ਕਾਇਮ ਕੀਤੇ ਸੀ। ਫਿਰ ਜਰਨੈਲ ਬਘੇਲ ਸਿੰਘ ਜੀ ਨੇ ਇਹਨਾਂ ਅਸਥਾਨਾਂ ਦੀ ਸੇਵਾ ਕਰਵਾਈ। ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਉਪਰੰਤ ਫਿਰ ਸਮੇਂ ਮੁਤਾਬਕ ਅਸਥਾਨਾਂ ਦੀ ਸੇਵਾ ਹੁੰਦੀ ਰਹੀ ਹੈ। ਸਤਿਗੁਰੂ ਜੀ ਦੇ ਪਾਵਨ ਧੜ ਦਾ ਸੰਸਕਾਰ
ਦਿੱਲੀ ਵਿੱਚ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਸੁਭਾਇਮਾਨ ਹੈ, ਇਸ ਅਸਥਾਨ 'ਤੇ ਹੋਇਆ। ਹਜ਼ੂਰ ਦਾ ਪਵਿੱਤਰ ਸ਼ੀਸ਼ ਭਾਈ ਜੈਤਾ ਜੀ ਬੜੀ ਜਲਦੀ ਨਾਲ ਵਾਹੋ ਦਾ ਹੀ ਚੱਲਦੇ ਹੋਏ ਜਦੋਂ ਕੀਰਤਪੁਰ ਸਾਹਿਬ ਆਏ, ਗੁਰਦੁਆਰਾ ਬਿਮਾਨਗੜ੍ਹ ਸਾਹਿਬ, ਇੱਥੇ ਸਤਿਗੁਰੂ ਜੀ ਦਾ ਸ਼ੀਸ਼ ਸੁੰਦਰ ਥੜਾ ਸਾਹਿਬ ਦੇ ਉੱਪਰ ਸਜਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਖਬਰ ਕੱਲੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਕੀਰਤਪੁਰ ਸਾਹਿਬ ਤੱਕ ਆ ਪਹੁੰਚਿਆ ਹਾਂ, ਗੁਰੂ ਪਿਤਾ ਜੀ ਦਾ ਸੀਸ ਲੈ ਕੇ ਆਇਆ, ਅੱਗੇ ਆਪ ਜੀ ਦੀ ਕੀ ਆਗਿਆ ਹੈ। ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੁਣਿਆ ਕਿ ਭਾਈ ਜੈਤਾ ਪਿਤਾ ਜੀ ਦਾ ਸੀਸ ਲੈ ਕੇ ਦਿੱਲੀੋਂ ਆਏ ਹੈ, ਹਜ਼ੂਰ ਸਾਰੇ ਸਿੱਖਾਂ ਸਮੇਤ ਮਸੰਦ ਨੇ ਨਾਲ, ਬਹੁਤ ਸੰਗਤਾਂ ਨੇ ਨਾਲ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਹਨ ਨਾਲ, ਗਰੀਬ ਨਿਵਾਜ ਜੀ ਨੇ ਵਿਮਾਨ ਤਿਆਰ ਕੀਤਾ ਅਤੇ ਸੰਗਤਾਂ ਸਮੇਤ ਸਤਿਗੁਰੂ ਜੀ ਚੱਲਦੇ ਹੋਏ ਕੀਰਤਪੁਰ ਸਾਹਿਬ ਆਏ। ਗਰੀਬ ਨਿਵਾਜ ਸਤਿਗੁਰੂ ਜੀ ਜਿਸ ਵਕਤ ਜਿੱਥੇ ਭਾਈ ਜੈਤੇ ਨੇ ਥੜਾ ਸਾਹਿਬ ਦੇ ਉੱਤੇ ਹਜ਼ੂਰ ਦਾ ਸੀਸ ਸਜਾਇਆ ਹੋਇਆ ਹੈ, ਮਹਾਰਾਜ ਜੀ ਨੇ ਪੱਲਾ ਪਰਾਂ ਕਰਕੇ ਪਿਤਾ ਜੀ ਦੇ ਪਵਿੱਤਰ ਮੁਖਾਰਬਿੰਦ ਦਾ ਦਰਸ਼ਨ ਕੀਤਾ। ਹਜ਼ੂਰ ਨੇ ਮੱਥਾ ਟੇਕਿਆ। ਭਾਈ ਜੈਤੇ ਨੂੰ ਸੱਚੇ ਪਾਤਸ਼ਾਹ ਨੇ ਉੱਥੇ ਕੰਠ ਲਾ ਕੇ ਆਖਿਆ ਸੀ, ਰੰਗ ਰੇਟੇ ਗੁਰੂ ਕੇ ਬੇਟੇ। ਮਹਾਰਾਜ ਸਾਹਿਬ ਜੀ ਨੇ ਏਡਾ ਖਿਤਾਬ ਦਿੱਤਾ। ਫਿਰ ਪੁੱਛਿਆ ਸੀ ਭਾਈ ਜੈਤਾ, ਜਦੋਂ ਪਿਤਾ ਜੀ ਸ਼ਹੀਦ ਹੋ ਰਹੇ ਸੀ ਦਿੱਲੀ ਦੇ ਅੰਦਰ, ਸ਼ਹਾਦਤ ਦਾ ਫਤਵਾ ਦਿੱਤਾ ਗਿਆ ਸੀ, ਕਿਸੇ ਨੇ ਹਾ ਦਾ ਨਾਅਰਾ ਨਹੀਂ ਮਾਰਿਆ, ਕੋਈ ਸਿੱਖ ਨਹੀਂ ਬੋਲਿਆ। ਭਾਈ ਜੈਤਾ ਜੀ ਨੇ ਆਖਿਆ, ਮਹਾਰਾਜ ਸਿੱਖ ਤਾਂ ਬਹੁਤ ਸੀਗੇ ਪਰ ਸਭ ਨੇ ਭੇਸ ਵਟਾਇਆ ਹੋਇਆ ਸੀ, ਪਹਿਚਾਣ ਨਹੀਂ ਸੀ ਹੁੰਦੀ ਕਿਸੇ ਦੀ ਕਿ ਇਹ ਸਿੱਖ ਵੈ। ਸਤਿਗੁਰੂ ਜੀ ਨੇ ਉਸ ਬਿਮਾਨਗੜ੍ਹ ਵਾਲੇ ਅਸਥਾਨ 'ਤੇ ਇਹ ਬਚਨ ਕਹੇ ਸੀ, ਅੱਛਾ ਹੁਣ ਅਸੀਂ ਇਹੋ ਜਿਹਾ ਸਿੱਖ ਸਾਜ ਦਿਆਂਗੇ, ਇਹੋ ਜਿਹਾ ਪੰਥ ਸਾਜ ਦਿਆਂਗੇ ਜਿਹੜਾ ਲੁਕਾਇਆ ਲੁਕੇਗਾ ਨਹੀਂ। ਜਿਵੇਂ ਲੱਖਾਂ ਭੇਡਾਂ ਤੇ ਹਿਰਨ ਹੋਣ, ਉਹਨਾਂ ਵਿੱਚ ਸ਼ੇਰ ਛੁਪਦਾ ਨਹੀਂ। ਮਹਾਰਾਜ ਜੀ ਨੇ ਆਪਣਾ ਖਾਲਸਾ ਇਉਂ ਸਤਿਗੁਰਾਂ ਜੀ ਨੇ ਵੱਖਰਾ ਸਾਜ ਦਿੱਤਾ ਸਭ ਸੰਸਾਰ ਤੋਂ। ਇਹ ਗਰੀਬ ਨਿਵਾਜ ਜੀ ਨੇ ਉਸ ਸਮੇਂ ਵਜਦ ਵਿੱਚ ਆ ਕਰਕੇ ਵਾਕ ਕਹੇ। ਫਿਰ ਸੁੰਦਰ ਪਾਲਕੀ ਸਾਹਿਬ ਵਿੱਚ ਮਹਾਰਾਜ ਜੀ ਨੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਸਜਾਇਆ ਏ ਅਤੇ ਪਾਲਕੀ ਸਾਹਿਬ ਆਪਣੇ ਮੋਢਿਆਂ 'ਤੇ ਸਿੱਖਾਂ ਨੇ ਚੱਕ ਲਈ ਹੈ। ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੋਣ ਲੱਗਾ, ਸੰਖਾਂ ਦਾ ਨਾਦ ਪੂਰਿਆ ਜਾਣ ਲੱਗਾ। ਇਉਂ ਸ਼ਬਦ ਦੀ ਉੱਚੀ ਉੱਚੀ ਧੁਨ ਉੱਠਦੀ ਹੈ। ਇਹ ਸਾਰੀਆਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਈਆਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸ਼ੀਸ਼ 'ਤੇ ਸਿੱਖ ਚੌਰ ਕਰ ਰਹੇ ਹੈ। ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ਼ ਪਾਲਕੀ ਸਾਹਿਬ ਵਿੱਚ ਸਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਨੇੜਾ ਕਰ ਰਹੇ ਹੈ, ਕਿਵੇਂ ਮਹਾਰਾਜ ਆਪਣੇ ਸਤਿਕਾਰਯੋਗ ਪਿਤਾ ਜੀ ਦਾ ਸ਼ੀਸ਼ ਦਾ ਅੰਤਮ ਸੰਸਕਾਰ ਕਰਦੇ ਹੈ। ਆਓ ਕਥਾ ਵਿੱਚ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ
ਮੰਦ ਹੀ ਮੰਦ ਅਨੰਦਪੁਰੇ। ਮੰਦ ਹੀ ਮੰਦ ਆਨੰਦਪੁਰੇ ਕਹੋ। ਇਸ ਪ੍ਰਕਾਰ ਹੌਲੀ ਹੌਲੀ ਸ਼੍ਰੀ ਆਨੰਦਪੁਰ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਚਲੇ ਆ ਰਹੇ ਐ ਸਭ ਸੰਗਤਾਂ ਦੇ ਸਮੇਤ। ਆਵਤ ਸ਼ੋਕ ਬਿਲੰਦ ਉਪਾਏ। ਜਦੋਂ ਆ ਰਹੇ ਐ ਸਾਰੇ ਸਿੱਖ, ਬਹੁਤ ਭਾਰੀ ਸ਼ੋਕ ਹੈ ਸਿੱਖਾਂ ਦੇ ਮਨ ਦੇ ਅੰਦਰ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਿਛੋੜਾ ਹੈ ਸਿੱਖਾਂ ਦੇ ਮਨ ਵਿੱਚ। ਬ੍ਰਿੰਦ ਮਸੰਦਨ ਸੇਵਕ ਸਿੱਖ। ਬਹੁਤ ਜ਼ਿਆਦੇ ਮਸੰਦ ਨੇ ਸੇਵਕ ਸਿੱਖ ਹਨ ਨਾਲ। ਬਿਮਾਨ ਚਹੂੰ ਦਿਸ਼ ਹਵੈ ਗਮਨਾਏ। ਜਿਸ ਬਿਮਾਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸਜਾਇਆ ਹੋਇਆ ਹੈ, ਉਸ ਬਿਮਾਨ ਦੇ 4 ਚੁਫੇਰੇ ਹੋ ਕਰਕੇ ਸਿੱਖ ਸੰਗਤਾਂ ਚੱਲ ਰਹੀਆਂ ਨੇ। ਸੰਖਨ ਸ਼ੋਰ ਸੋ ਜੋਰ ਕਰੈ। ਬਹੁਤ ਜ਼ਿਆਦਾ ਸੰਖਾਂ ਦਾ ਨਾਦ ਜਿਹੜਾ ਹੈ ਦੂਰ ਦੂਰ ਤੱਕ ਗੂੰਜ ਰਿਹਾ ਏ। ਤੁਰਕੇਸ਼ਵਰ ਸਰਾਪੇ ਗਾਰ ਅਲਾਏ। ਤੁਰਕ ਬਾਦਸ਼ਾਹ ਨੌਰੰਗੇ ਨੂੰ ਸਿੱਖ ਸੰਗਤਾਂ ਬਹੁਤ ਮਾੜੇ ਸ਼ਬਦਾਂ ਨਾਲ ਬੋਲਦੀਆਂ ਨੇ ਕਿ ਇਹੋ ਜਿਹਾ ਪਾਪੀ ਦੁਸ਼ਟ ਜਿਸ ਨੇ ਗੁਰੂ ਸਾਹਿਬ ਜੀ ਵਰਗੀ ਪਵਿੱਤਰ ਆਤਮਾ ਨੂੰ ਸ਼ਹੀਦ ਕੀਤਾ ਏ। ਸਾਗਰ ਖਾਰ ਭਰੀ ਜਰ ਜਾਏ। ਜਿਹੜੇ ਖਾਰੇ ਸਾਗਰ ਵਿੱਚ ਸਮੁੰਦਰ ਵਿੱਚ ਇਹਦੀਆਂ ਜੜ੍ਹਾਂ ਇਸ ਤੁਰਕ ਰਾਜ ਦੀਆਂ ਜਾ ਕੇ ਡਿੱਗ ਜਾਣਗੀਆਂ। ਕਪੂਤ ਭਇਓ ਕੁਲ ਰਾਜ ਨਸਾਏ। ਖੋਟਾ ਇਹ ਕਪੁੱਤਰ ਹੋਇਆ, ਆਪਣੀ ਕੁਲ ਵਿੱਚੋਂ ਰਾਜ ਨਾਸ਼ ਕਰ ਲਿਆ ਏ। ਆਏ ਸਮੀਪ ਅਨੰਦਪੁਰੇ। ਇਉਂ ਕੀਰਤਨ ਕਰਦੇ ਹੋਏ ਸਿੱਖ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਨੇੜੇ ਆ ਗਏ। ਬਾਲਕ ਬ੍ਰਿਧ ਸੁਨਿਓ ਨਰ ਨਾਰੀ। ਕੀ ਬੱਚਾ ਕੀ ਬਿਰਧ ਕੀ ਪੁਰਸ਼ ਕੀ ਇਸਤਰੀ, ਜਿਸ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ੀਸ਼ ਦਾ ਆਉਣਾ ਸੁਣਿਆ ਕਿ ਮਹਾਰਾਜ ਦਾ ਸ਼ੀਸ਼ ਆਨੰਦਪੁਰ ਸਾਹਿਬ ਆ ਰਿਹਾ ਹੈ, ਜਿਸ ਕਿਸੇ ਨੇ ਵੀ ਸੁਣਿਆ ਹੈ, ਸ੍ਰੀ ਗੁਜਰੀ ਤਜ ਮੰਦਰ ਕੋ। ਉਹ ਸਾਰੇ ਹੀ ਬਾਲਕ ਬਿਰਧ ਪੁਰਸ਼ ਇਸਤਰੀਆਂ ਆਪੋ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਆ ਗਏ। ਸ਼੍ਰੀ ਮਾਤਾ ਗੁਜਰ ਕੌਰ ਜੀ ਨੇ ਵੀ ਇਹ ਸੰਖਾਂ ਦਾ ਨਾਦ ਜਿਸ ਵਕਤ ਸੁਣਿਆ ਹੈ, ਸ੍ਰੀ ਗੁਜਰੀ ਤਜ ਮੰਦਰ ਕੋ। ਮਾਤਾ ਗੁਜਰ ਕੌਰ ਜੀ ਮਹਿਲਾ ਨੂੰ ਛੱਡ ਕਰਕੇ ਨਿਕਸੀ ਪੁਰ ਤੇ ਮਿਲਬੇ ਅਗਵਾਰੀ। ਨਗਰ ਤੋਂ ਬਾਹਰ ਆਏ ਸ਼੍ਰੀ ਮਾਤਾ ਗੁਜਰ ਕੌਰ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਵਾਸਤੇ। ਨਾਨਕੀ ਮਾਤ ਟਿਕਾਏ ਰੱਖੀ। ਮਾਤਾ ਨਾਨਕੀ ਜੀ ਨੂੰ ਘਰ ਦੇ ਵਿੱਚ ਹੀ ਰੋਕ ਰੱਖਿਆ ਹੈ, ਬਲਹੀਨ ਬ੍ਰਿਧਾ ਲਹਿ ਸੰਕਟ ਭਾਰੀ। ਕਿਉਂਕਿ ਸਰੀਰ ਨਿਰਬਲ ਹੋ ਗਿਆ। ਮਾਤਾ ਜੀ ਬਿਰਧ ਨੇ, ਸ਼੍ਰੀ ਮਾਤਾ ਨਾਨਕੀ ਜੀ ਬਹੁਤ ਜ਼ਿਆਦਾ ਸਰੀਰ ਨਿਰਬਲ ਹੈ। ਔਰ ਸਭੇ ਨਿਕਸੇ ਉਤਲਾਵਤ। ਹੋਰ ਸਾਰੇ ਨਗਰ ਵਾਸੀ ਬੜੀ ਕਾਹਲੀ ਨਾਲ ਨਿਕਲੇ ਹੈ ਬਾਹਰ ਨੂੰ। ਸ਼੍ਰੀ ਮਾਤਾ ਨਾਨਕੀ ਜੀ ਬਹੁਤ ਭਾਰੀ ਦੁੱਖ ਮੰਨ ਰਹੇ ਹੈ, ਇਸ ਕਰਕੇ ਘਰ ਵਿੱਚ ਹੀ ਉਹਨਾਂ ਨੂੰ ਛੱਡ ਦਿੱਤਾ ਹੈ ਕਿ ਸਰੀਰ ਵੀ ਨਿਰਬਲ ਵੈ, ਬਿਰਧ ਸਰੀਰ ਹੈ, ਤੇ ਹੋਰ ਸਭ ਹੀ ਨਿਕਲ ਕਰਕੇ ਬਾਹਰ ਆ ਗਏ ਹੈ। ਪਾਹਾਕਾਰ ਅਜੋਗ ਵਿਚਾਰੀ। ਇਉਂ ਬੜਾ ਅਯੋਗ ਹੋਇਆ, ਕਹਿਰ ਹੀ ਟੁੱਟਿਆ, ਇਉਂ ਹਾਹਾਕਾਰ ਮਚੀ ਹੈ 4 ਚੁਫੇਰੇ। ਦੇਖ ਬਿਮਾਨ ਮਹਾਨ ਪ੍ਰਭਾ। ਜਿਹੜਾ ਬਿਮਾਨ, ਜਿਸ ਬਿਮਾਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਸ਼ੀਸ਼ ਸੁਭਾਇਮਾਨ ਹੈ, ਉਸ ਬਿਮਾਨ ਦੇ ਉੱਤੇ ਫੁੱਲਾਂ ਦੀਆਂ ਮਾਲਾਵਾਂ ਲਟਕ ਰਹੀਆਂ ਨੇ। ਬਹੁਤ ਜ਼ਿਆਦਾ ਚੰਦਨ ਆਦਿਕ ਖੁਸ਼ਬੂ ਦੇ ਰਿਹਾ ਹੈ। ਉਸ ਬਿਮਾਨ ਦੀ ਪ੍ਰਭਾ ਸ਼ੋਭਾ ਵੇਖ ਕਰਕੇ ਪਤ ਕੇ ਸਿਮਰੰਤ ਹਿਰਦੇ ਗੁਣ ਭਾਰੀ। ਸ਼੍ਰੀ ਮਾਤਾ ਗੁਜਰੀ ਜੀ ਆਪਣੇ ਪਤੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਗੁਣਾਂ ਨੂੰ ਮਨ ਵਿੱਚ ਸਿਮਰਦੇ ਆ, ਚੇਤੇ ਕਰਦੇ ਆ। ਰਾਵਰ ਨੰਦਨ ਬੈਸ ਬਿਲੰਦਨਾ। ਮਾਤਾ ਜੀ ਕਹਿੰਦੇ ਐ ਸੱਚੇ ਪਾਤਸ਼ਾਹ ਆਪ ਜੀ ਦੇ ਪੁੱਤਰ ਦੀ ਅਜੇ ਉਮਰ ਬਹੁਤੀ ਵੱਡੀ ਨਹੀਂ। ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਬਤ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਹੋਏ ਸ਼੍ਰੀ ਮਾਤਾ ਗੁਜਰ ਕੌਰ ਜੀ ਕਹਿੰਦੇ ਐ, ਮਹਾਰਾਜ
ਆਪ ਜੀ ਦੇ ਪੁੱਤਰ ਦੀ ਉਮਰ ਅਜੇ ਬੜੀ ਛੋਟੀ ਹੈ ਮਾਤ ਬਿਰਧਾ ਬਹੁ ਸੰਕਟ ਧਾਰੀ। ਤੇ ਬਿਰਧ ਆਪ ਜੀ ਦੀ ਮਾਤਾ ਬਹੁਤ ਭਾਰੀ ਸ਼੍ਰੀ ਮਾਤਾ ਨਾਨਕੀ ਜੀ ਸੰਕਟ ਮੰਨ ਰਹੇ, ਦੁੱਖ ਮੰਨ ਰਹੇ ਹਨ। ਬੰਦਤ ਹਾਥਨ ਬੰਧਨ ਕੋ ਕਰ। ਦੋਵਾਂ ਹੱਥਾਂ ਨੂੰ ਜੋੜ ਕਰਕੇ ਸ਼੍ਰੀ ਮਾਤਾ ਗੁਜਰੀ ਜੀ ਨੇ ਗੁਰੂ ਦੇਵ ਜੀ ਦੇ ਪਾਵਨ ਪਵਿੱਤਰ ਸ਼ੀਸ਼ ਨੂੰ ਨਮਸਕਾਰ ਕੀਤੀ ਹੈ। ਸੀਸ ਨਿਵਾਵਤ ਆਂਸੁਨ ਡਾਰੀ। ਅੱਖਾਂ ਵਿੱਚੋਂ ਅਥਰੂਆਂ ਦੀ ਝੜੀ ਲੱਗੀ ਹੋਈ ਹੈ। ਮਾਤਾ ਜੀ ਨੇ ਕਿਉਂ ਗੁਰੂ ਦੇਵ ਦੇ ਸ਼ੀਸ਼ ਦੇ ਤੇ ਸਮੇਂ ਅੱਗੇ ਹੋ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਲਿਆਵਤ ਭੇ ਤਿਸ ਥਾਨ ਤਬੈ। ਤੇ ਸਥਾਨ ਦੇ ਉੱਤੇ ਮਹਾਰਾਜ ਦਾ ਸ਼ੀਸ਼ ਲੈ ਕਰਕੇ ਤੇ ਸਮੇਂ ਆਏ ਹਨ ਜਹ ਚੰਦਨ ਭਾਰ ਟਿਕਾਏ ਅਗਾਰੀ। ਜਿੱਥੇ ਚੰਦਨ ਦੀਆਂ ਲੱਕੜਾਂ ਦਾ ਬਹੁਤ ਸਾਰਾ ਭਾਰ ਅੱਗੇ ਲਿਆ ਕਰਕੇ ਰੱਖਿਆ ਹੋਇਆ ਹੈ। ਆਨ ਮਿਲੀ ਤਹ ਨਾਨਕੀ ਮਾਤ। ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਸ਼ੀਸ਼ ਅੰਤਮ ਦਰਸ਼ਨਾਂ ਦੇ ਲਈ ਤੇ ਸਮੇਂ ਪਲੰਘੇ ਦੇ ਉੱਤੇ ਸਜਾਇਆ ਗਿਆ। ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ। ਜਿੱਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸੁਭਾਇਮਾਨ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ, ਇੱਥੇ ਚੰਦਨ ਦੀ ਚਿਖਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਣਵਾਈ ਹੈ। ਪਿਤਾ ਜੀ ਦੇ ਸ਼ੀਸ਼ ਦਾ ਅੰਤਮ ਸੰਸਕਾਰ ਕਰਨ ਦੀਆਂ ਰਸਮਾਂ ਮਹਾਰਾਜ ਜੀ ਨਿਭਾਉਣ ਲੱਗੇ ਹੈ ਤੇ ਸੰਗਤਾਂ ਦੇ ਅੰਤਮ ਦਰਸ਼ਨਾਂ ਦੀ ਇੱਛਾ ਨੂੰ ਲੈ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸ਼ੀਸ਼ ਪਲੰਘੇ ਦੇ ਉੱਪਰ ਸਜਾਇਆ ਹੋਇਆ ਹੈ ਤੇ ਸ਼ੀਸ਼ ਦੇ ਉੱਪਰ ਚਿੱਟਾ ਵਸਤਰ ਪਾਇਆ ਹੋਇਆ ਹੈ। ਸ਼੍ਰੀ ਮਾਤਾ ਨਾਨਕੀ ਜੀ ਤਿਸ ਵਕਤ ਉਸ ਥਾਂ ਤੇ ਚੱਲ ਕਰਕੇ ਆਏ ਹਨ। ਪੁਕਾਰਤ ਉੱਚੋ ਨਾਮ ਉਚਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਉੱਚੀ ਨਾਮ ਲੈ ਕਰਕੇ ਮਾਤਾ ਜੀ ਨੇ ਯਾਦ ਕੀਤਾ ਹੈ, ਚੇਤੇ ਕੀਤਾ ਹੈ। ਮੋਹ ਸੁਤ ਸ਼ਾਂਤ ਸਰੂਪ ਅਨੂਪ। ਮਾਤਾ ਨਾਨਕੀ ਜੀ ਕਹਿੰਦੇ ਨੇ, ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਸਦਾ ਸ਼ਾਂਤ ਸਰੂਪ ਰਹੇ, ਜਿਨ੍ਹਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ। ਸ੍ਰੀ ਮੁਖ ਦੇਖ ਲਵੋ ਇਸ ਬਾਰੀ। ਸ਼੍ਰੀ ਮਾਤਾ ਨਾਨਕੀ ਜੀ ਕਹਿੰਦੇ ਐ, ਹੁਣ ਇੱਕ ਵਾਰ ਅੰਤਮ ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼੍ਰੀ ਮੁਖ ਜਿਹੜਾ ਉਹ ਮੈਂ ਵੇਖ ਲੈਣਾ ਕਰਾਂ। ਮੈਂ ਮਰ ਹਾਂ ਧਰ ਸ਼ੋਕ ਅਬੈ। ਇੰਨਾ ਮਾਤਾ ਜੀ ਦੁੱਖ ਮੰਨ ਰਹੇ ਆ ਕਿ ਇੰਨਾ ਸ਼ੋਕ, ਇੰਨਾ ਦੁੱਖ ਸਾਨੂੰ ਤੇ ਇਉਂ ਲੱਗਦਾ ਜਿਵੇਂ ਸਾਡੇ ਪ੍ਰਾਣ ਨਿਕਲ ਜਾਣਗੇ। ਕਿਮ ਜੀਵਨ ਹਵੈ ਇਸ ਰੀਤ ਦੁਖਾਰੀ। ਇਸ ਤਰੀਕੇ ਨਾਲ ਦੁੱਖ ਵਿੱਚ ਸਾਡਾ ਕਿਵੇਂ ਜਿਉਂਦਾ ਰਹਿਣਾ ਹੋ ਸਕਦਾ ਹੈ। ਯਉ ਬਿਰਲਾਪ ਸੁਨਿਓ ਜਬ ਹੀ। ਇਸ ਤਰ੍ਹਾਂ ਜਦੋਂ ਮਾਤਾ ਜੀ ਬਰਾਗ ਕਰਦੇ ਹੋਏ ਵੇਖੇ ਹੈ, ਆਵਾਜ਼ ਸੁਣੀ ਹੈ, ਗੁਰ ਆਇਸ ਪਾਏ ਬਿਮਾਨ ਉਤਾਰੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਪਾ ਕਰਕੇ ਤੇ ਉਹ ਫਿਰ ਬਿਮਾਨ ਉਤਾਰਿਆ ਗਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪਲੰਘੇ ਤੇ ਸਜਾਇਆ ਗਿਆ। ਤਾਰ ਸਬੈ ਪਟ ਸ੍ਰੀ ਗੁਰ ਕੋ। ਤੇ ਸਮੇਂ ਸਾਰੇ ਪਟ ਬਸਤਰ ਜਿਹੜੇ ਸੀ ਗੁਰੂ ਸਾਹਿਬ ਦੇ ਸੀਸ ਦੇ ਉੱਪਰੋਂ ਹਟਾ ਕਰਕੇ ਮੁਖ ਦੇਖਤ ਭੇ ਗੁਜਰੀ ਸੁਧ ਸਾਥਾ। ਸ਼੍ਰੀ ਮਾਤਾ ਗੁਜਰ ਕੌਰ ਜੀ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸ਼ੀਸ਼ ਦਰਸ਼ਨ ਕੀਤੇ ਹਨ ਤੇ ਸਮੇਂ ਵਸਤਰ ਸਾਰੇ ਹਟਾ ਕਰਕੇ ਨਾਨਕੀ ਮਾਤ ਬਿਲੋਕਤ ਹੈ। ਸ਼੍ਰੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਮੁਖਾਰ ਬਿੰਦ ਨੂੰ ਵੇਖਦੇ ਨੇ। ਬਹੁ ਰੋਦਤ ਆਪ ਲਗਾਵਤ ਹਾਥਾ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸ਼ੀਸ਼ ਨੂੰ ਹੱਥ ਛੁਹਾ ਰਹੇ ਹੈ। ਆਪਣਾ ਹੱਥ ਲਾ ਕਰਕੇ ਜਦੋਂ ਮਾਤਾ ਨਾਨਕੀ ਜੀ ਨੇ ਹੱਥ ਲਾਇਆ ਹੈ ਗੁਰੂ ਸਾਹਿਬ ਦੇ ਪਵਿੱਤਰ ਸ਼ੀਸ਼ ਨੂੰ, ਇੱਕਦਮ ਬਰਾਗ ਦੀ ਝੜੀ ਚੱਲ ਪਈ ਹੈ। ਬਰਾਗ ਦੇ ਫੁਹਾਰੇ ਛੁੱਟ ਪਏ ਨੇਤਰਾਂ ਵਿੱਚੋਂ। ਜਿਉ ਦੁੱਤ ਜੀਵਤ ਥੀਵਤ ਹੈ। ਜਿਵੇਂ ਸਤਿਗੁਰੂ ਜੀ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਮਹਾਰਾਜ ਤਖਤ ਤੇ ਬੈਠਦੇ ਸੰਗਤਾਂ ਨੂੰ ਦਰਸ਼ਨ ਦਿੰਦੇ, ਜਿਸ ਤਰ੍ਹਾਂ ਮਹਾਰਾਜ ਦੇ ਚਿਹਰੇ ਦੀ ਦੁੱਤ ਸੋਭਾ ਲੱਗਦੀ ਨਾ,
ਉਸੇ ਤਰ੍ਹਾਂ ਦੀ ਹੀ ਮਹਾਰਾਜ ਦੇ ਕੱਟੇ ਹੋਏ ਸ਼ੀਸ਼ ਦੀ ਸ਼ੋਭਾ ਲੱਗ ਰਹੀ ਹੈ, ਜਿਵੇਂ ਹਜੂਰ ਜੀਵਤ ਹੋਣ। ਇਸ ਤਰ੍ਹਾਂ ਮਹਾਰਾਜ ਦੇ ਚਿਹਰੇ ਦੀ ਪ੍ਰਭਾ, ਚਿਹਰੇ ਤੇ ਨੂਰ ਜਿਹੜਾ ਦਗ ਰਿਹਾ ਹੈ। ਨਹੀਂ ਤੇ ਸਰੀਰ ਨਾਲੋਂ ਅੰਗ ਕੱਟਿਆ ਜਾਵੇ, ਥੋੜ੍ਹੇ ਸਮੇਂ ਬਾਅਦ ਉਹ ਅੰਗ ਜਿਹੜਾ ਸਿਥਲ ਹੋ ਜਾਂਦਾ ਹੈ, ਉਹਦੀ ਪ੍ਰਭਾ ਉਹੋ ਜੀ ਨਹੀਂ ਰਹਿੰਦੀ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਦਾ ਸ਼ੀਸ਼ ਕੱਟਿਆ ਗਿਆ ਹੈ, ਪਰ ਮਹਾਰਾਜ ਦੇ ਸ਼ੀਸ਼ ਦੀ ਸ਼ੋਭਾ, ਸ਼ੀਸ਼ ਦੇ ਉੱਤੇ ਪ੍ਰਤਾਪ, ਮਸਤਕ ਦਾ ਨੂਰ ਇਵੇਂ ਹੀ ਦਗ ਰਿਹਾ ਜਿਵੇਂ ਹਜੂਰ ਜੀਵਤ ਹੋਣ। ਤਿਮਹੀ ਸ਼ੁਭ ਸ਼ੋਭਤ ਆਨਨ ਮਾਥਾ। ਇਉਂ ਮਹਾਰਾਜ ਦਾ ਮੁਖਾਰਬਿੰਦ ਤੇ ਹਜੂਰ ਦਾ ਮਸਤਕ ਇਵੇਂ ਸੋਭ ਰਿਹਾ ਜਿਵੇਂ ਸਤਿਗੁਰੂ ਪਹਿਲਾਂ ਆਨੰਦਪੁਰ ਸਾਹਿਬ ਵਿੱਚ ਬੈਠੇ ਸੰਗਤਾਂ ਨੂੰ ਦਰਸ਼ਨ ਦਿੰਦੇ ਸੀਗੇ। ਮੁੰਦਤ ਲੋਚਨ ਦੋਨੋਂ ਹਿਆਬਿਦ। ਮਹਾਰਾਜ ਦੇ ਸ਼ੀਸ਼ ਦੇ ਉੱਪਰ ਜੋ ਨੇਤਰ ਨੇ ਤੇ ਦੋਵੇਂ ਨੇਤਰ ਇਸ ਤਰੀਕੇ ਨਾਲ ਬੰਦ ਹਨ, ਜਿਉ ਸੁਖਚੇ ਦਲ ਕੰਜ ਅਪਾਥਾ। ਜਿਵੇਂ ਕਮਲ ਦੀਆਂ ਪੰਖੜੀਆਂ ਬੰਦ ਹੋ ਗਈਆਂ ਹੋਣ, ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਨੇਤਰ ਕਮਲ ਦੀਆਂ ਪੰਖੜੀਆਂ ਦੀ ਤਰ੍ਹਾਂ ਬੜੇ ਹੀ ਸੁੰਦਰ ਲੱਗ ਰਹੇ ਹੈ। ਜਿਵੇਂ ਬੰਦ ਹੁੰਦੀਆਂ ਪੰਖੜੀਆਂ, ਐਵੇਂ ਨੇਤਰਾਂ ਦੀਆਂ ਪਲਕਾਂ ਬੰਦ ਹਨ। ਮੇਚਕ ਸੇਤ ਸੋ ਕੇਸ ਮਿਲੇ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਦੇ ਕਾਲੇ ਤੇ ਕੁਝ ਕੁ ਚਿੱਟੇ ਕੇਸ ਜਿਹੜੇ ਆਪਸ ਦੇ ਵਿੱਚ ਸਮਿਲਿਤ ਹਨ। ਸ਼ਮਸ਼ਰਾ ਨਾਨਕੇ ਸ਼ੁਭ ਸ਼ੋਭਤ ਹੈ। ਮਹਾਰਾਜ ਜੀ ਦਾ ਸ਼ਮਸ ਦਾੜਾ ਜਿਹੜਾ ਹੈ ਬੜਾ ਹੀ ਸੁੰਦਰ ਸੋਭ ਰਿਹਾ ਹੈ। ਬ੍ਰਿੰਦ ਮਸੰਦ ਵੱਡੇ ਸਿੱਖ ਸੇਵਕ। ਬਹੁਤ ਮਸੰਦ ਤੇ ਵੱਡੇ ਸੇਵਕ ਜਿਹੜੇ ਮੁਖੀ ਹਨ, ਬਹੁਤ ਸਾਰੀਆਂ ਸੰਗਤਾਂ ਹੇਤ ਬਿਲੋਕਨ ਲੋਭਤ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੱਟੇ ਹੋਏ ਸ਼ੀਸ਼ ਦਾ ਦਰਸ਼ਨ ਕਰਨ ਵਾਸਤੇ ਸਭ ਬੜੇ ਜਿਹੜੇ ਹੈ ਲੁਭਾਏਮਾਨ ਹੋ ਰਹੇ ਹੈ, ਬੜੀ ਖਿੱਚ ਨਾਲ ਅੱਗੇ ਨੂੰ ਆ ਰਹੇ ਨੇ। ਭੀੜ ਭਈ ਸਭ ਬੰਦਤ ਹੈ। ਭੀੜ ਬਹੁਤ ਜ਼ਿਆਦੀ ਹੋ ਗਈ ਸੰਗਤ ਦੀ। ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ੀਸ਼ ਨੂੰ ਨਮਸਕਾਰਾਂ ਕਰਦੇ ਹੈ। ਬੜ ਪ੍ਰੇਮ ਧਰੇ ਔਰ ਛੋਭਤ ਹੈ। ਬਹੁਤ ਪ੍ਰੇਮ ਹੈ ਸਿੱਖ ਸੰਗਤਾਂ ਦੇ ਮਨ ਦੇ ਅੰਦਰ, ਹਿਰਦੇ ਬਰਾਗ ਨਾਲ ਉਛਲ ਰਹੇ ਹੈ। ਛਾਦਨ ਕੀਨ ਚਿਖਾ ਰਚ ਕੈ। ਸੱਚੇ ਪਾਤਸ਼ਾਹ ਜੀ ਨੇ ਤੇ ਸਮੇਂ ਸ਼ੀਸ ਨੂੰ ਛਾਦਨ ਭਾਵ ਢੱਕ ਦਿੱਤਾ ਹੈ। ਫਿਰ ਮਹਾਰਾਜ ਨੇ ਚਿਖਾ ਚੰਗੀ ਤਰ੍ਹਾਂ ਤਿਆਰ ਕਰਵਾ ਦਿੱਤੀ ਹੈ। ਦੁੱਖ ਸ਼ੋਕ ਜਿਉ ਸੰਕਟ ਚੋਬਤ ਹੈ। ਇਉਂ ਸਿੱਖ ਸੰਗਤਾਂ ਨੂੰ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਛੋੜੇ ਦਾ ਦੁੱਖ ਹੈ, ਜਿਵੇਂ ਬਹੁਤ ਜ਼ਿਆਦਾ ਕੋਈ ਸੰਕਟ ਦੇ ਸਹਿਤ ਕੋਈ ਸੂਲ ਚੁੱਭ ਰਹੀ ਹੋਵੇ ਹਿਰਦੇ ਵਿੱਚ, ਇਵੇਂ ਮਹਾਰਾਜ ਦੇ ਵਿਛੋੜੇ ਦਾ ਦੁੱਖ ਬੜਾ ਸਿੱਖ ਮੰਨ ਰਹੇ ਹੈ। ਚੰਦਨ ਕੀ ਚਿਖ ਪੈ ਧਰ ਦੀਨ। ਤਦੋਂ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਵਿੱਤਰ ਸ਼ੀਸ਼ ਜਿਹੜਾ ਸੀ ਚੰਦਨ ਦੀ ਚਿਖਾ ਦੇ ਉੱਤੇ ਮਹਾਰਾਜ ਜੀ ਨੇ ਸਜਾਉਣਾ ਕੀਤਾ। ਭਏ ਮਨ ਦੀਨ ਸਭੈ ਤਿਸ ਕਾਲਾ। ਤੇ ਸਮੇਂ ਸਾਰਿਆਂ ਦੇ ਮਨ ਜਿਹੜੇ ਬੜੇ ਉਦਾਸ ਹੋਏ ਤੇ ਸਮੇਂ ਸ੍ਰੀ ਗੁਰ ਕੇ ਕਰ ਦੇ ਕਰ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਹਸਤ ਕਮਲਾਂ ਵਿੱਚ ਦੇ ਕਰਕੇ ਦਾਸਨ ਕੀਨ ਪ੍ਰਕਾਸ਼ ਚਹੂੰ ਜਿਸ ਜਵਾਲਾ। ਇਸ ਸਮੇਂ ਅੱਗ ਦਾ ਜਿਹੜਾ ਪ੍ਰਕਾਸ਼ ਸੀ ਨਾ, ਉਹ ਦਾਸਾਂ ਸੇਵਕਾਂ ਨੇ ਚਿਖਾ ਦੇ 4 ਚੁਫੇਰੇ ਕਰਨਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਹੈ। ਸੱਚੇ ਪਾਤਸ਼ਾਹ ਜੀ ਨੇ ਆਪ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸ਼ੀਸ਼ ਦੇ ਉਸ ਅੰਗੀਠਾ ਸਾਹਿਬ ਨੂੰ ਮਹਾਰਾਜ ਨੇ ਚੰਡਾ ਪ੍ਰਚੰਡ ਕੀਤਾ ਏ। ਫੇਰ ਪ੍ਰਦਕਸ਼ਨ ਕੋ ਕਰਕੇ। ਫਿਰ ਮਹਾਰਾਜ ਜੀ ਨੇ ਪ੍ਰਦਕਸ਼ਣਾ ਕੀਤੀਆਂ ਨੇ, ਪਰਿਕਰਮਾ ਕੀਤੀਆਂ ਹਨ। ਅਬ ਬੰਧਨ ਹਵੈ ਧਰ ਪ੍ਰੇਮ ਵਿਸਾਲਾ। ਬਹੁਤ ਪ੍ਰੇਮ ਧਾਰ ਕੇ ਸੱਚੇ ਪਾਤਸ਼ਾਹ ਜੀ ਨੇ ਫਿਰ ਅਭਿਬੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਕੀਨ ਕਿਰਿਆ ਸਗਰੀ ਕਲਗੀ ਧਰ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਜਿਹੜੀ ਰਸਮ ਹੈ ਉਹ ਸਤਿਗੁਰੂ ਜੀ ਨੇ ਕੀਤੀ ਹੈ। ਜਦੋਂ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਹੋ ਰਿਹਾ ਸੀਗਾ, ਜਿੱਥੇ ਸਾਹਮਣੇ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਹੈ, ਇੱਥੇ ਮਹਾਰਾਜ ਜੀ ਬਿਮਾਨ ਉਤਾਰਿਆ ਸੀਗਾ। ਗੁਰੂ ਮਹਾਰਾਜ ਦੇ ਪਾਵਨ ਸ਼ੀਸ਼ ਦੇ ਅੰਤਮ ਦਰਸ਼ਨ ਇਸੇ ਹੀ ਥਾਂ ਤੇ ਸੰਗਤਾਂ ਨੇ ਕੀਤੇ ਸੀ।
ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਹੈ। ਇੱਥੇ ਅਕਾਲ ਬੁੰਗਾ ਵੀ ਉਸ ਨੂੰ ਕਹਿੰਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਫਿਰ ਸੰਗਤਾਂ ਨੂੰ ਮਹਾਰਾਜ ਜੀ ਨੇ ਸੰਬੋਧਨ ਕੀਤਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਸਮੇਂ ਸੰਗਤਾਂ ਨੂੰ ਵੀਰ ਰਸ ਦੇ ਵਿੱਚ ਇਹ ਬਚਨ ਕਹੇ ਸੀ ਕਿ ਹੁਣ ਸਮਾਂ ਹੈ ਕਿ ਜਦੋਂ ਇਸ ਜ਼ਾਲਮ ਹਕੂਮਤ ਨੂੰ ਅਸੀਂ ਹੁਣ ਨਸ਼ਟ ਕਰ ਦਿਆਂਗੇ, ਇਹ ਨਰੰਗੇ ਦਾ ਜ਼ੁਲਮ ਹੁਣ ਸਮਾਪਤ ਕਰ ਦਿਆਂਗੇ। ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਪ੍ਰੇਰਨਾ ਕੀਤੀ ਕਿ ਹੁਣ ਸ਼ਸਤਰ ਧਾਰੀ ਹੋਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਿੱਖ ਸੰਗਤਾਂ ਨੂੰ ਸੰਬੋਧਨ ਹੋ ਕਰਕੇ ਉਪਦੇਸ਼ ਦਿੱਤਾ। ਸਾਰੀ ਅੰਤਮ ਸੰਸਕਾਰ ਦੀ ਕਿਰਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਿਧੀ ਪੂਰਵਕ ਗਰੀਬ ਨਵਾਜ ਨੇ ਕਰਵਾਈ ਹੈ। ਨੀਰ ਇਸ਼ਨਾਨਨ ਕਰਿਓ ਨਰ ਜਾਲਾ। ਫਿਰ ਸੱਚੇ ਪਾਤਸ਼ਾਹ ਜੀ ਨੇ ਉਪਰੰਤ ਗਰੀਬ ਨਵਾਜ ਜੀ ਨੇ ਇਸ਼ਨਾਨ ਆਦਿ ਕਰਨਾ ਕੀਤਾ ਏ। ਤੀਰ ਸਤਰਵ ਬੈਠ ਗਏ ਸਭ। ਸਾਰੇ ਸਤਲੁਜ ਦਰਿਆ ਦੇ ਕੰਢੇ ਤੇ ਬੈਠ ਗਏ ਨੇ। ਗਾਏ ਗਿਰਾ ਗੁਰ ਕੀ ਸੁਖਦਾਈ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦਾ ਤੇ ਸਮੇਂ ਕੀਰਤਨ ਕੀਤਾ ਏ। ਏਕ ਮਨੇ ਹੋਏ ਸ਼੍ਰੋਣ ਸੁਨੈ। ਇੱਕ ਮਨ ਹੋ ਕਰਕੇ ਸਾਰੇ ਕੰਨਾਂ ਨਾਲ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਸੁਣਦੇ ਐ। ਧਿਆਨ ਧਰੈ ਗੁਰ ਮੂਰਤ ਭਾਈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਗੁਰਸਿੱਖ ਕਰਦੇ ਐ ਸ਼ਰਧਾ ਪੂਰਵਕ। ਚੀਰ ਸਨੀਰ ਉਤਾਰ ਸਰੀਰ ਧਰੇ ਪੁਨ ਔਰ। ਫਿਰ ਮਹਾਰਾਜ ਜੀ ਨੇ ਸਰੀਰ ਦੇ ਉੱਤੇ ਹੋਰ ਚੀਰ ਵਸਤਰ ਜਿਹੜੇ ਇਸ਼ਨਾਨ ਕਰਕੇ ਧਾਰਨ ਕੀਤੇ ਐ। ਥਿਰੇ ਵਿੱਚ ਆਈ। ਮਹਾਰਾਜ ਆ ਕਰਕੇ ਸਜੇ ਐ ਸੰਗਤਾਂ ਵਿੱਚ। ਦੋਹਰਾ ਸੁਨ ਕੈ ਗਾਵਤ ਸ਼ਬਦ ਕੋ। ਸੁਣ ਕਰਕੇ ਰਾਗੀ ਸਿੱਖ ਜਦੋਂ ਕੀਰਤਨ ਕਰ ਰਹੇ ਸੀ ਸ਼ਬਦਾਂ ਦੀ ਧੁਨੀ ਨੂੰ। ਪੁਨ ਪੌੜੀ ਤਹਿ ਲਾਏ। ਫਿਰ ਇਸ ਪ੍ਰਕਾਰ ਸ਼ਬਦਾਂ ਦੀ ਸੰਪੂਰਨਤਾ ਹੋਈ ਤੇ ਪੌੜੀ ਲਾਉਣਾ ਕੀਤੀ ਹੈ ਸਮਾਪਤੀ ਦੀ। ਭੋਗ ਪਾਏ ਅਰਦਾਸ ਕਰ। ਭੋਗ ਪਾਇਆ ਗਿਆ ਤੇ ਅਰਦਾਸ ਕੀਤੀ ਹੈ। ਸਭ ਹੂੰ ਸੀਸ ਨਿਵਾਏ। ਸਭ ਨੇ ਆਪਣਾ ਸੀਸ ਨਿਵਾਉਣਾ ਕੀਤਾ ਹੈ। ਸਵਈਆ ਆਏ ਤਿਹਾਵਲ ਬ੍ਰਿੰਦ ਗਇਓ ਵਰਤਾਏ। ਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਆਈ ਹੈ ਬਹੁਤ ਸਾਰੀ ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਉਣਾ ਕੀਤੀ ਹੈ। ਦਿਓ ਸਭ ਸੰਗਤ ਮਾਹੀ। ਸਾਰੀਆਂ ਸੰਗਤਾਂ ਦੇ ਅੰਦਰ ਵਰਤਾ ਦੇਣਾ ਕੀਤੀ ਹੈ। ਸ੍ਰੀ ਕਲਗੀ ਧਰ ਕੋ ਕਰ ਅਗਰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅੱਗੇ ਕਰਕੇ ਮੰਦਹਿ ਮੰਦ ਚੱਲੇ ਕਰ ਜਾਹੀ। ਹੌਲੀ ਹੌਲੀ ਫਿਰ ਸਾਰੀਆਂ ਸੰਗਤਾਂ ਸਿੱਖ ਜਿਹੜੇ ਆ ਘਰ ਨੂੰ ਵਾਪਸ ਪਰਤੇ ਹਨ। ਬੈਠਨ ਥਾਨ ਮਹਿ ਜਾਏ ਟਿਕੇ ਸਭ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਬੈਠਦੇ ਐ ਉਸ ਥਾਂ ਤੇ ਸਾਰੇ ਆ ਕਰਕੇ ਟਿਕ ਗਏ ਐ। ਸ੍ਰੀ ਗੁਰ ਕੋ ਜਸ ਦੀਰਘ ਪ੍ਰਾਹੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਭਾਰੀ ਜਸ ਸਾਰੀਆਂ ਸਿੱਖ ਸੰਗਤਾਂ ਕਰਦੀਆਂ ਨੇ। ਔਦ ਭਏ ਜਗ ਧੀਰ ਛਿਮਾ ਧਰ। ਸੱਚੇ ਪਾਤਸ਼ਾਹ ਜਗਤ ਦੇ ਅੰਦਰ ਧੀਰਜ ਦੀ ਖਿਮਾ ਦੀ ਅਵਧੀ ਹੋਏ ਐ। ਹਜੂਰ ਤੋਂ ਵੱਧ ਕਿਸ ਨੇ ਧੀਰਜ ਕਰਨੀ ਹੈ, ਕਿਸ ਨੇ ਖਿਮਾ ਕਰਨੀ ਹੈ। ਮਹਾਰਾਜ ਹਾਦੀ ਹੋਏ ਹੈ ਧੀਰਜ ਦੀ, ਹਾਦੀ ਹੋਈ ਹੈ ਸੱਚੇ ਪਾਤਸ਼ਾਹ ਖਿਮਾ ਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਨ ਕਿਸੂ ਮਹਿ ਪ੍ਰਾਪਤ ਨਾਹੀ। ਐਸੇ ਮਹਾਨ ਗੁਣ ਕਿਸੇ ਵਿੱਚ ਵੀ ਪ੍ਰਾਪਤ ਨਹੀਂ ਹੋ ਸਕਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਇੰਨੇ ਨਿਰਵੈਰ ਹੈ ਕਿ ਧੀਰਮਲ ਨੇ ਸ਼ੀਹੇ ਮਸੰਦ ਕੋਲੋਂ ਗੋਲੀ ਚਲਵਾਈ ਸੀ ਮਹਾਰਾਜ ਦੇ ਮਸਤਕ ਨੂੰ ਖਹਿ ਕੇ ਜੋ ਡਿੱਗ ਗਈ ਸੀਗੀ। ਹਜੂਰ ਨੇ ਉਸ ਸਮੇਂ ਵੀ ਕਿਹਾ ਸੀ ਭਲੇ ਧੀਰਮਲ, ਭਲੇ ਧੀਰਮਲ, ਧੀਰਮਲ ਤੇਰਾ ਭਲਾ ਹੋਵੇ। ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ
ਗਰੀਬ ਨਵਾਜ ਵਰਗੇ ਗੁਣ ਕਿਹਦੇ ਵਿੱਚ ਹੋ ਸਕਦੇ ਐ। ਕੀਨ ਮਹਾ ਅਪਰਾਧ ਦਲੇਸ਼ਵਰ, ਇਹ ਦਿੱਲੀ ਦੇ ਬਾਦਸ਼ਾਹ ਨਰੰਗੇ ਨੇ ਬਹੁਤ ਵੱਡਾ ਅਪਰਾਧ ਕੀਤਾ ਏ। ਮੂੜ ਮਤੀ ਦੁਖ ਦੋਜਕ ਪਾਵੈ, ਮੂਰਖ ਮਤ ਵਾਲਾ ਨਰਕਾਂ ਵਿੱਚ ਦੋਜਕਾਂ ਵਿੱਚ ਦੁੱਖ ਪਾਵੇਗਾ। ਹਿੰਦ ਕੀ ਟੇਕ ਰਖੀ ਸੁਰ ਦੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਿੰਦ ਦਾ ਆਸਰਾ ਬਣੇ ਐ। ਹਿੰਦ ਨੇ ਟੇਕ ਲਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ, ਤੇ ਸਤਿਗੁਰੂ ਜੀ ਨੇ ਪ੍ਰਣ ਕੀਤਾ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਗੁਰੂ ਦੇਵ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ, ਪਰ ਹਿੰਦੂ ਕੌਮ ਦੀ ਬਾਹ ਨਹੀਂ ਛੱਡੀ। ਇਹ ਸਤਿਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਇਹ ਸਾਧ ਸੰਗਤ ਜੀ ਫਲ ਹੋਇਆ ਕਿ ਮਹਾਰਾਜ ਜੀ ਦੇ ਸ਼ਹੀਦ ਹੋਣ ਤੋਂ ਕਿਸੇ ਵੀ ਹਿੰਦੂ ਦਾ ਫਿਰ ਜੰਝੂ ਨਹੀਂ ਲਾਹਿਆ ਗਿਆ। ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਹਿੰਦੂਆਂ ਦੇ ਧਰਮ ਦੀ ਰੱਖਿਆ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਜੇ ਮਹਾਰਾਜ ਸ਼ਹੀਦੀ ਨਾ ਦਿੰਦੇ ਤੇ ਅੱਜ ਹਿੰਦੁਸਤਾਨ ਦੀ ਤਾਰੀਖ ਕੁਝ ਹੋਰ ਹੁੰਦੀ। ਇੱਥੇ ਸ਼ਿਵ ਦੁਆਲੇ ਨਹੀਂ ਸੀ ਰਹਿਣੇ, ਮੰਦਰਾਂ ਦੀ ਪੂਜਾ ਨਹੀਂ ਸੀ ਹੋਣੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦੇ ਕਰਕੇ ਹਿੰਦੂ ਕੌਮ ਦਾ ਨਾਮੋ ਨਿਸ਼ਾਨ ਜਿਹੜਾ ਉਹ ਰੱਖ ਲਿਆ ਗਰੀਬ ਨਵਾਜ ਜੀ ਨੇ। ਕਰ ਪੂਰਬ ਕੀ ਮਿਰਜਾਦ ਸੋ ਮਿਰਜਾਦ ਜੋ ਆਵੈ, ਜਿਹੜੀ ਪਹਿਲਾਂ ਤੋਂ ਮਰਿਆਦਾ ਚਲੀ ਆ ਰਹੀ ਹੈ, ਸੱਚੇ ਪਾਤਸ਼ਾਹ ਨੇ ਗੁਰੂ ਘਰ ਦੀ ਸਾਰੀ ਮਰਿਆਦਾ ਕੀਤੀ ਹੈ। ਨਾਹੀਂ ਤਾਂ ਵੇਦ ਪੁਰਾਨ ਜੇ ਤੀਰਥ, ਤੇ ਫਿਰ ਸਿੱਖ ਕਹਿੰਦੇ ਐ ਕਿ ਪੂਰਬ ਮਰਿਆਦ ਜਿਹੜੀ ਪਹਿਲਾਂ ਤੋਂ ਮਰਿਆਦਾ ਚਲੀ ਆ ਰਹੀ ਹੈ ਕਿ ਗਰੀਬਾਂ ਦੀ ਨਿਮਾਣਿਆਂ ਦੀ ਵਾਹਿਗੁਰੂ ਰੱਖਿਆ ਕਰਦੇ ਐ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਨਿਮਾਣੇ ਜਾਣ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਫਿਰ ਪੜ੍ਹਦੇ ਹੋ ਹਿੰਦ ਕੀ ਟੇਕ ਰਖੀ ਸਰ ਦੇ, ਮਹਾਰਾਜ ਨੇ ਆਪਣਾ ਸੀਸ ਦੇ ਕਰਕੇ ਹਿੰਦ ਨੂੰ ਗਰੀਬ ਨਵਾਜ ਜੀ ਨੇ ਬਚਾ ਲੈਣਾ ਕੀਤਾ। ਕਰ ਪੂਰਬ ਕੀ ਮਿਰਜਾਦ ਜੋ ਆਵੈ, ਜਿਹੜੀ ਪੂਰਬ ਪਹਿਲਾਂ ਤੋਂ ਮਰਿਆਦਾ ਚਲੀ ਆ ਰਹੀ ਹੈ, ਨਿਮਾਣਿਆਂ ਨਤਾਣਿਆਂ ਦੀ ਰੱਖਿਆ ਕਰਨ ਦੀ ਪਰਮੇਸ਼ਰ ਦੀ ਇਹ ਬਾਣ ਹੈ। ਨਾਹੀਂ ਤਾਂ ਵੇਦ ਪੁਰਾਨ ਜੇ ਤੀਰਥ, ਮਹਾਰਾਜ ਜੇ ਸ਼ਹਾਦਤ ਨਾ ਦਿੰਦੇ, ਨਾ ਕਿਸੇ ਵੇਦ ਦਾ ਨਾਂ ਰਹਿਣਾ ਸੀ, ਨਾ ਕਿਸੇ ਪੁਰਾਣ ਦਾ, ਨਾ ਕੋਈ ਤੀਰਥ ਰਹਿਣਾ ਸੀ, ਕਿਸੇ ਪ੍ਰਕਾਰ ਕੋਈ ਸ਼ਾਸਤਰਾਂ ਦੀ ਕਥਾ ਨਾ ਸੀ ਕਰ ਸਕਣੀ ਕਿਸੇ ਨੇ। ਦੇਵਨ ਦੇਹੁਰੇ ਰੀਤ ਮਿਟਾਵੈ, ਦੇਵਤਿਆਂ ਦੀ ਤੇ ਦੇਵਰਿਆਂ ਦੀ ਰੀਤਾਂ ਹੀ ਮਿਟ ਜਾਣੀਆਂ ਸੀਗੀਆਂ। ਕੋਈ ਕਿਸੇ ਪ੍ਰਕਾਰ ਸ਼ਿਵ ਦੁਆਲੇ ਨਹੀਂ ਸੀ ਰਹਿਣੇ, ਕੋਈ ਮੰਦਰ ਆਦਿਕ ਨਹੀਂ ਸੀ ਰਹਿਣੇ। ਨਰੰਗੇ ਨੇ ਕੋਈ ਮੰਦਰ ਨਹੀਂ ਸੀ ਛੱਡਿਆ। ਬੜੇ ਬੜੇ ਜਿਹੜੇ ਸੀ ਭਵਨੇਸ਼ਵਰ ਵਿੱਚ ਮਹਿੰਗੇ 33 ਕਰੋੜ ਦੇ ਬਣੇ ਹੋਏ ਮੰਦਰ ਗਿਰਾ ਦਿੱਤੇ ਸੀ ਇਸ ਨੇ। ਤੋ ਮਹਾਰਾਜ ਸ਼ਹਾਦਤ ਨਾ ਦਿੰਦੇ ਤਾਂ ਕੋਈ ਵੀ ਦੇਵਤਿਆਂ ਨੂੰ ਪੂਜਾ ਕਰਨ ਵਾਲਾ ਨਾ ਰਹਿੰਦਾ, ਕੋਈ ਦੇਹੁਰੇ ਆਦਿਕ ਨਾ ਰਹਿੰਦੇ। ਸ੍ਰੀ ਗੁਰਦੇਵ ਬਿਨਾ ਹੋਏ ਕੌਣ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਬਿਨਾ ਕੌਣ ਹੈ ਜੋ ਐਸੀ ਕੁਰਬਾਨੀ ਕਰਦਾ। ਜੋ ਪ੍ਰਾਨ ਕੋ ਦੇ ਜਗ ਧਰਮ ਟਿਕਾਵੈ, ਜਿਹੜੇ ਆਪਣੇ ਪ੍ਰਾਣਾਂ ਨੂੰ ਦੇ ਕਰਕੇ ਹਜੂਰ ਨੇ ਆਪਣੀ ਸ਼ਹਾਦਤ ਦੇ ਕਰਕੇ ਹਿੰਦੂ ਧਰਮ ਦਾ ਬੀਜ ਰੱਖ ਲੈਣਾ ਕੀਤਾ। ਧੰਨ ਸਦਾ ਗੁਰ ਤੇਗ ਬਹਾਦਰ, ਧੰਨ ਹਨ ਸਦਾ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਕੀਨ ਬਹਾਦਰੀ ਰਾਖ ਦਿਖਾਏ, ਸੱਚੇ ਪਾਤਸ਼ਾਹ ਨੇ ਇਹ ਬਹਾਦਰੀ ਰੱਖ ਕਰਕੇ ਗਰੀਬ ਨਵਾਜ ਨੇ ਵਿਖਾਈ। ਸੱਚੇ ਪਾਤਸ਼ਾਹ ਮਹਾਰਾਜ ਨੇ ਸੀਸ ਦਿਆ ਪਰ ਸਿਰ ਨਾ ਦਿਆ। ਐਸੀ ਬਹਾਦਰੀ ਮਹਾਰਾਜ ਜੀ ਨੇ ਦਿਖਾਉਣਾ ਕੀਤੀ। ਜੋ ਪੁਰ ਤੇ ਸਿੱਖ ਸੀਸ ਕੋ ਲਿਆਇਵ, ਜਿਹੜਾ ਦਿੱਲੀ ਤੋਂ ਮਹਾਰਾਜ ਦਾ ਸੀਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲੈ ਕੇ ਆਇਆ ਸੀ ਸਿੱਖ ਭਾਈ ਜੈਤਾ, ਬੂਝਤ ਤਾਹੇ ਸਮੀਪ ਬਿਠਾਏ, ਆਪਣੇ ਕੋਲ ਬਿਠਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਸ ਭਾਈ ਜੈਤੇ ਨੂੰ ਪੁੱਛਣ ਲੱਗੇ, ਕਿਉਂ ਕਰ ਤੋਹੇ ਕੋ ਪ੍ਰਾਪਤ ਭਾ। ਮਹਾਰਾਜ ਕਹਿੰਦੇ ਨੇ ਭਾਈ ਜੈਤਾ ਤੈਨੂੰ ਪਿਤਾ ਜੀ ਦਾ ਸੀਸ ਕਿਵੇਂ ਪ੍ਰਾਪਤ ਹੋਇਆ। ਕਿਨਹੂ ਨਾ ਪਿਖਿਓ ਨਾ ਕਹੂੰ ਅਟਕਾਏ, ਕਿਸੇ ਤੈਨੂੰ ਵੇਖਿਆ ਨਹੀਂ, ਤੈਨੂੰ ਕਿਸੇ ਰੋਕਿਆ ਨਹੀਂ,
ਮਹਾਰਾਜ ਤੇ ਸਮੇਂ ਪੁੱਛਣ ਲੱਗੇ। ਰਾਖੇ ਖਰੇ ਗਨ ਹੋਏ ਸੁਚੇਤ। ਉਥੇ ਬੜੇ ਸਾਵਧਾਨ ਹੋ ਕਰਕੇ ਸਿਪਾਹੀ ਜਿਹੜੇ ਆ ਉਹ ਖਲੋਤੇ ਹੋਣਗੇ ਪਹਿਰਾ ਦੇਣ ਵਾਸਤੇ। ਅਚੇਤ ਭਏ ਕਿਮ ਦੇਹੁ ਬਤਾਏ। ਉਹ ਸਾਰੇ ਹੀ ਕਿਵੇਂ ਅਚੇਤ ਹੋ ਗਏ, ਕਿਵੇਂ ਉਹਨਾਂ ਤੈਨੂੰ ਵੇਖਿਆ ਹੀ ਨਾ। ਤੂੰ ਇਹ ਸਾਰੀ ਗੱਲ ਦੱਸਣਾ ਕਰ। ਹਾਥ ਕੋ ਜੋਰ ਬਖਾਨ ਕਰਿਓ। ਹੱਥ ਜੋੜ ਕਰਕੇ ਭਾਈ ਜੈਤੇ ਨੇ ਫਿਰ ਬੇਨਤੀ ਕਰਨਾ ਕੀਤੀ। ਗੁਰਦੇਵ ਸਹਾਏ ਤੇ ਕਾਜ ਸਰੇ। ਮਹਾਰਾਜ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਹੀ ਸਹਾਇਤਾ ਕੀਤੀ ਹੈ, ਤਾਂ ਮਹਾਰਾਜ ਇਹ ਸਾਰਾ ਕਾਰਜ ਬਣ ਆਇਆ ਹੈ। ਸੀਸ ਉਡਿਓ ਧਰ ਤੇ ਜਬ ਹੀ। ਜਦੋਂ ਮਹਾਰਾਜ ਦਾ ਸੀਸ ਧੜ ਤੋਂ ਲੱਥਿਆ ਸੀ, ਜਦੋਂ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਸੀਗਾ, ਬਹੁਤ ਧੂਰ ਉਡੀ ਸਭ ਨੈਣ ਪਰੇ। ਉਸੇ ਸਮੇਂ ਬਹੁਤ ਜ਼ੋਰ ਦੀ ਹਨੇਰੀ ਚੱਲੀ। ਇੰਨੀ ਧੂੜ ਉੱਡੀ ਕਿ ਸਭ ਦੀਆਂ ਅੱਖਾਂ ਭਰ ਗਈਆਂ। ਨਾਹਿ ਕਿਨੂੰ ਅਵਲੋਕਨ ਕੀਨ। ਨਾ ਕਿਸੇ ਨੇ ਫਿਰ ਮੈਨੂੰ ਵੇਖਣਾ ਤਾਂ ਕਿਸੇ ਵੀ ਨਹੀਂ ਕੀਤਾ। ਇਹੋ ਜੀ ਮਹਾਰਾਜ ਨੇ ਮਾਇਆ ਫੇਰ ਦਿੱਤੀ। ਲਿਓ ਮੈਂ ਸੰਭਾਲ ਨਾਹੀਏ ਡਰੇ। ਮੈਂ ਫਿਰ ਹਿਰਦੇ ਵਿੱਚ ਡਰਿਆ ਨਹੀਂ। ਪਿਤਾ ਸਤਿਗੁਰੂ ਜੀ ਦਾ ਸੀਸ ਜਿਹੜਾ ਸੀ ਮਹਾਰਾਜ ਮੈਂ ਆਪਣੀ ਝੋਲੀ ਵਿੱਚ ਤੇ ਸਮੇਂ ਸਾਂਭ ਲੈਣਾ ਕੀਤਾ। ਰੌਰ ਪਰਿਓ ਸਭ ਮੈਂ ਸੁਣ ਕੇ। ਸਾਰਿਆਂ ਦੇ ਵਿੱਚ ਰੌਲਾ ਪੈ ਗਿਆ। ਇਹ ਸਭ ਕੁਝ ਮੈਂ ਆਪਣੇ ਕੰਨਾਂ ਨਾਲ ਸੁਣਿਆ। ਚੱਲ ਸ਼ੀਗਰ ਪਰਿਓ ਗਹਿਬੋ ਨਾ ਕਰੇ। ਮੈਂ ਫਿਰ ਬੜੀ ਕਾਹਲੀ ਨਾਲ ਉੱਥੋਂ ਚੱਲ ਪਿਆ ਕਿ ਕਿਤੇ ਮੈਨੂੰ ਪਕੜ ਨਾ ਲੈਣ। ਪੌਰ ਕੇ ਠੌਰ ਖਰੇ ਨਰ ਕੇਤਕ। ਕਿੰਨੇ ਕੁ ਲੋਕ ਜਿਹੜੇ ਸੀ ਉਹ ਮੁੱਖ ਦਰਵਾਜ਼ੇ ਦੇ ਉੱਤੇ ਸਿਪਾਹੀ ਖੜੇ ਸਨ। ਮੈਂ ਕਰ ਸਾਹਸ ਬੇਗ ਹੀ ਧਾਇਓ। ਮੈਂ ਬੜਾ ਸਾਹਸ ਕਰਕੇ ਫਿਰ ਕਾਹਲੀ ਨਾਲ ਉੱਥੋਂ ਚੱਲ ਪਿਆ। ਰੋਕ ਨਾ ਟੋਕ ਕਰੀ ਕਿਨਹੂ। ਕਿਸੇ ਨੇ ਮੈਨੂੰ ਰੋਕਿਆ ਹੀ ਨਹੀਂ, ਕਿਸੇ ਮੈਨੂੰ ਟੋਕਿਆ ਹੀ ਨਹੀਂ, ਪੁੱਛਿਆ ਹੀ ਨਹੀਂ ਤੇ ਸਮੇਂ। ਪੁਰ ਤਿਆਗਤ ਆਪਣੇ ਪੰਥ ਸਿਧਾਇਓ। ਮੈਂ ਦਿੱਲੀ ਸ਼ਹਿਰ ਨੂੰ ਛੱਡ ਕੇ ਆਪਣੇ ਰਾਹ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਸੋ ਪਸਚਾਤ ਲੱਗੇ ਸਭ ਖੋਜਨ। ਤੇ ਪਿੱਛੋਂ ਮਹਾਰਾਜ ਸਾਰੇ ਹੀ ਲੱਭਣ ਲੱਗ ਪਏ, ਸੀਸ ਕਿੱਧਰ ਚਲਿਆ ਗਿਆ। ਹੋਤ ਅਚੰਭ ਨਹੀਂ ਜਬ ਪਾਇਓ। ਬੜਾ ਉਹਨਾਂ ਨੂੰ ਅਚੰਭਾ ਹੋਇਆ, ਬੜੀ ਹੈਰਾਨੀ ਹੋਈ ਜਦੋਂ ਉਹਨਾਂ ਨੂੰ ਸ਼ੀਸ਼ ਨਹੀਂ ਕਿਤੋਂ ਵੀ ਲੱਭਿਆ। ਲੈ ਗਮਨਿਓ ਅਨੁਮਾਨ ਕਰਿਓ ਤਿੰਨਾਂ ਫਿਰ ਅਨੁਮਾਨ ਲਾ ਲਿਆ ਕਿ ਕੋਈ ਸਿੱਖ ਸ਼ੀਸ਼ ਲੈ ਕਰਕੇ ਚਲਿਆ ਗਿਆ ਏ। ਤੋ ਅਸਵਾਰਨ ਬ੍ਰਿੰਦ ਚੜਾਇਓ। ਤਾਂ ਬੜੇ ਅਸਵਾਰ ਘੋੜ ਸਵਾਰ ਜਿਹੜੇ ਸੀ ਦਿੱਲੀ ਤੋਂ ਬਾਹਰ ਨੂੰ ਨਿਕਲਦੇ ਹੋਏ ਸਾਰੇ ਰਸਤਿਆਂ ਤੇ ਉਹਨਾਂ ਨੇ ਭਜਾ ਦਿੱਤੇ। ਆਨ ਮਿਲੇ ਮੁਝ ਕੇਤਕ ਦੂਰ। ਕਿੰਨੀ ਕੁ ਦੂਰ ਮੈਨੂੰ ਜਾਂਦੇ ਹੋਏ ਨੂੰ ਘੋੜ ਸਵਾਰ ਆ ਕਰਕੇ ਮਿਲ ਪਏ। ਲਖਿਓ ਤਿਨ ਕੋ ਮਨ ਮੈਂ ਡਰ ਪਾਇਓ। ਮੈਂ ਉਹਨਾਂ ਨੂੰ ਪਹਿਚਾਣ ਲਿਆ, ਵੇਖ ਲਿਆ ਕਿ ਇਹ ਸਿਪਾਹੀ ਨੇ ਬਾਦਸ਼ਾਹ ਦੇ। ਤੇ ਫਿਰ ਮੈਂ ਮਨ ਵਿੱਚ ਡਰ ਮੰਨਿਆ ਕਿ ਕਿਤੇ ਮੈਨੂੰ ਤਲਾਸ਼ੀ ਲੈ ਕੇ ਵੇਖ, ਮੇਰੀ ਤਲਾਸ਼ੀ ਨਾ ਲੈ ਕੇ ਮੈਨੂੰ ਪਛਾਣ ਨਾ ਲੈਣ ਤੇ ਸ਼ੀਸ਼ ਨਾ ਇਹਨਾਂ ਨੂੰ ਲੱਭ ਪਵੇ। ਮਾਰਗ ਮੈਂ ਸਕਟੇ ਗਮਨੈ। ਰਸਤੇ ਵਿੱਚ ਭਾਈ ਜੈਤਾ ਕਹਿੰਦਾ ਮਹਾਰਾਜ ਗੱਡੇ ਕੁਝ ਜਾ ਰਹੇ ਸੀਗੇ। ਬਿਖ ਏਕ ਮੈਂ ਸੀਸ ਗੁਰੂ ਕੋ ਟਿਕਾਇਓ। ਮੈਂ ਇੱਕ ਗੱਡੇ ਵਿੱਚ ਗੁਰੂ ਸਾਹਿਬ ਦਾ ਸੀਸ ਜਿਹੜਾ ਸੀ ਤੇ ਸਮੇਂ ਟਿਕਾ ਦੇਣਾ ਕੀਤਾ। ਸੇ ਅਸਵਾਰ ਵੱਡੇ ਤਰਜੈ। ਤੇ ਉਹ ਘੋੜ ਸਵਾਰ ਜਿਹੜੇ ਸੀ ਬੜੇ ਜ਼ਿਆਦਾ ਭਾਰੂ ਸੀਗੇ, ਬੜਾ ਤਰਜਣ ਲੱਗੇ, ਬੜਾ ਮੈਨੂੰ ਤਾੜਨ ਲੱਗੇ। ਅਵਲੋਕਤ ਖੋਜਤ ਜੋ ਨਰ ਪਾਇਓ। ਤੇ ਜਿਹੜਾ ਉਹਨਾਂ ਨੂੰ ਉੱਥੇ ਲੱਭਿਆ ਸਭ ਦੀ ਉਹਨਾਂ ਤਲਾਸ਼ੀ ਲੈਣਾ ਕੀਤੀ। ਮੋਕਹੁ ਆਨ ਕਹਿਓ ਥਿਰ ਹੋਵਹੁ। ਮੈਨੂੰ ਆ ਕੇ ਕਿਹਾ ਕਿ ਇੱਥੇ ਖੜ ਜਾ ਤੂੰ ਵੀ। ਦੇਖਤ ਭੇ ਪਟ ਕੋ ਛੁਟਕਾਇਓ। ਮੇਰੇ ਸਾਰੇ ਕੱਪੜੇ ਹਟਾ ਕਰਕੇ ਤੇ ਸਮੇਂ ਵੇਖਣਾ ਕੀਤਾ। ਫੇਰ ਲੱਗੇ ਸਕਟੇ ਅਵਲੋਕਨ। ਫਿਰ ਗੱਡਿਆਂ ਦੀਆਂ ਤਲਾਸ਼ੀਆਂ ਲੈਣ ਲੱਗ ਪਏ। ਰੋਕ ਖਰੇ ਕਰ ਖੋਜਨ ਲਾਗੇ। ਰੋਕ ਕੇ ਗੱਡਿਆਂ ਨੂੰ ਤੇ ਸਮੇਂ ਲੱਭਣ ਲੱਗ ਪਏ। ਪਾਛਲ ਕੋ ਜਬ ਦੇਖਤ ਭੇ ਤਬ। ਜਦੋਂ ਪਛਲੇ ਗੱਡੇ ਨੂੰ ਵੇਖਣ ਲੱਗ ਪਏ ਆ ਕਰਕੇ। ਸੀਸ ਗਇਓ ਜੋ ਹੁਤੋ ਸਭ ਆਗੇ। ਤੇ ਇਸ ਸਮੇਂ ਜਿਹੜਾ ਗੱਡੇ ਵਿੱਚ ਸ਼ੀਸ਼ ਲੁਕਾਇਆ ਹੋਇਆ ਸੀਗਾ ਉਹ ਗੱਡਾ ਜਦੋਂ ਚੱਲਦਾ ਚੱਲਦਾ ਅੱਗੇ ਚਲੇ ਗਿਆ
ਉਹਨਾਂ ਨੂੰ ਉਹ ਗੱਡਾ ਲੱਭਿਆ ਹੀ ਨਹੀਂ ਜਿਸ ਵਿੱਚ ਮੈਂ ਸ਼ੀਸ਼ ਲੁਕਾਇਆ ਹੋਇਆ ਸੀਗਾ। ਨਾਹਨ ਪ੍ਰਾਪਤ ਭਾਜਬ ਹੂੰ। ਜਦੋਂ ਉਹਨਾਂ ਕੋਸ਼ਿਸ਼ ਕਰ ਲਈ ਤੇ ਨਹੀਂ ਕਿਸੇ ਪ੍ਰਕਾਰ ਪ੍ਰਾਪਤ ਹੋਇਆ ਮਹਾਰਾਜ ਦਾ ਸੀਸ, ਤਬ ਆਗਲੇ ਹੇਰਨ ਕੋ ਅਨੁਰਾਗੇ। ਤਦੋਂ ਫਿਰ ਅਗਲੇ ਗੱਡਿਆਂ ਨੂੰ ਵੇਖਣ ਵਾਸਤੇ ਆਏ ਕਿ ਕਿਤੇ ਅਗਲੇ ਜਿਹੜੇ ਆ ਉਹਨਾਂ ਵਿੱਚ ਮਹਾਰਾਜ ਦਾ ਸ਼ੀਸ਼ ਨਾ ਛੁਪਾਇਆ ਹੋਵੇ। ਪਾਛਲ ਮੈਂ ਪੁਨ ਆਏ ਗਇਓ ਸਿਰ। ਫਿਰ ਜਿਹੜੇ ਗੱਡੇ ਉਹ ਲਾਰ ਬੰਨ੍ਹਦੇ ਹੋਏ ਸੀਗੇ ਤੇ ਜਿਹੜਾ ਸ਼ੀਸ਼ ਵਾਲਾ ਗੱਡਾ ਸੀ ਉਹ ਪਿੱਛੇ ਹੈ, ਲਾਰ ਫਿਰ ਅੱਗੇ ਨੂੰ ਤੁਰ ਪਈ ਹੈ। ਹਾਰ ਪਰੇ 60 ਸੋ ਇਮ ਠਾਗੇ। ਇਉਂ ਮੂਰਖ ਜੋਰ ਲਾ ਥੱਕੇ ਪਰ ਸ਼ੀਸ਼ ਨਹੀਂ ਮਹਾਰਾਜ ਦਾ ਮਿਲਿਆ। ਦੋਹਰਾ ਗੁਰ ਸਿਰ ਇੱਕ ਮੂੰਹ ਕਹੋ ਦਿਖਤ। ਤੇ ਇਹ ਗੁਰੂ ਸਾਹਿਬ ਦਾ ਸੀਸ ਜਿਹੜਾ ਸੀ ਜਿਸ ਗੱਡੇ ਵਿੱਚ ਰੱਖਿਆ ਹੋਇਆ, ਭਾਈ ਜੀਤਾ ਕਹਿੰਦੇ ਕਿ ਮੈਨੂੰ ਹੀ ਦਿਸਦਾ ਸੀਗਾ। ਅਪਰ ਨਾ ਦੇਖਤ ਕੋਏ। ਇਹੋ ਜੀ ਮਹਾਰਾਜ ਨੇ ਕਲਾ ਵਰਤਾਈ, ਹੋਰ ਕਿਸੇ ਨੂੰ ਨਹੀਂ ਦਿਸ ਰਿਹਾ। ਖੋਜ ਹਟੇ ਨਰ ਪੰਥ ਕੋ। ਸਾਰੇ ਰਸਤੇ ਤੇ ਜਿਹੜੇ ਖੋਜ ਕਰਨ ਆਏ ਸੀ ਉਹ ਲੱਭ ਲੱਭ ਕੇ ਥੱਕ ਗਏ ਗਮਨੇ ਪੁਰ ਨਿਜ ਸੋਏ। ਤੇ ਫਿਰ ਦਿੱਲੀ ਨੂੰ ਵਾਪਸ ਉਹ ਪਰਤ ਗਏ। ਗਏ ਦਿਖਨ ਤੇ ਰਹਿ ਗਏ। ਤੇ ਇਉਂ ਜਦੋਂ ਦਿਸਣੋਂ ਹੀ ਮਹਾਰਾਜ ਦਾ ਸੀਸ ਰਹਿ ਗਿਆ, ਫਿਰ ਉਹਨਾਂ ਕੀ ਲੱਭਣਾ ਸੀਗਾ। ਤਬ ਮੈਂ ਸੀਸ ਸੰਭਾਰ। ਤਦੋਂ ਭਾਈ ਜੀਤਾ ਮਹਾਰਾਜ 10ਵੇਂ ਪਾਤਸ਼ਾਹ ਨੂੰ ਦੱਸ ਰਹੇ ਆ, ਹਜੂਰ ਉਸ ਸਮੇਂ ਫਿਰ ਮੈਂ ਸੀਸ ਜਿਹੜਾ ਸੀ ਸੰਭਾਲ ਲਿਆ, ਉਠਾ ਲਿਆ। ਵਸਤਰਨ ਬਿਖੈ ਲਪੇਟ ਕੇ। ਵਸਤਰਾਂ ਦੇ ਅੰਦਰ ਲਪੇਟ ਕਰਕੇ ਲੀਨੋ ਨਿਜ ਸਿਰ ਧਾਰ। ਤੇ ਆਪਣੇ ਸੀਸ ਦੇ ਉੱਤੇ ਰੱਖ ਲੈਣਾ ਕੀਤਾ। ਸ਼ਰਮਤ ਭਇਓ ਨਹਿ ਮਗ ਬਿਖੈ। ਰਸਤੇ ਵਿੱਚ ਮਹਾਰਾਜ ਮੈਨੂੰ ਕਿਤੇ ਵੀ ਥਕੇਵਾਂ ਨਹੀਂ ਹੋਇਆ। ਨਿਸਮਹਿ ਨਹਿ ਡਰ ਪਾਏ। ਰਾਤ ਦੇ ਵਿੱਚ ਵੀ ਕੋਈ ਡਰ ਨਹੀਂ ਮਹਾਰਾਜ ਮੈਂ ਮੰਨਿਆ। ਇਹੋ ਜੀ ਆਪ ਜੀ ਨੇ ਬਖਸ਼ਿਸ਼ ਕਿਰਪਾ ਵਰਤਾਈ। ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਜੀਤਾ ਸੀਸ ਕਿਵੇਂ ਲੈ ਕੇ ਆਇਆ? ਇਹ ਭਾਈ ਜੀਤਾ ਜੀ ਨੇ ਮਹਾਰਾਜ ਜੀ ਨੂੰ ਦੱਸਿਆ ਕਿ ਇਸ ਪ੍ਰਕਾਰ ਮੈਂ ਸ਼ੀਸ਼ ਲੈ ਕਰਕੇ ਸ੍ਰੀ ਆਨੰਦਪੁਰ ਸਾਹਿਬ ਆਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੀਸ਼ਗੰਜ, ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਅੰਦਰ, ਇੱਥੇ ਮਹਾਰਾਜ ਜੀ ਨੇ ਪਿਤਾ ਜੀ ਦੇ ਸ਼ੀਸ਼ ਦਾ ਅੰਤਮ ਸੰਸਕਾਰ ਕੀਤਾ। ਗਰੀਬ ਨਵਾਜ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਸਾਰੀ ਅੰਤਮ ਕਿਰਿਆ ਕੀਤੀ, ਅੰਤਮ ਰਸਮਾਂ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਕਹਿੰਦਾ ਏ, ਮਹਾਰਾਜ ਜਦੋਂ ਵੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਿਤੇ ਬਾਹਰ ਜਾਣ ਲੱਗਦੇ, ਸਭ ਤੋਂ ਪਹਿਲਾਂ ਮਹਾਰਾਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆ ਕਰਕੇ ਸਤਿਗੁਰੂ ਜੀ ਨਮਸਕਾਰ ਕਰਦੇ ਤੇ ਫਿਰ ਸ੍ਰੀ ਆਨੰਦਪੁਰ ਸਾਹਿਬ ਤੋਂ ਮਹਾਰਾਜ ਚਾਲਾ ਮਾਰਦੇ। ਜਦੋਂ ਮਹਾਰਾਜ ਕਿੰਨਾ ਚਿਰ ਭਾਵੇਂ ਬਾਹਰ ਵਿਚਰ ਕੇ ਆਉਣ, ਸੱਚੇ ਪਾਤਸ਼ਾਹ ਮਹਾਰਾਜ ਚਾਹੇ ਜੰਗਲ ਵਿੱਚ ਸ਼ਿਕਾਰ ਤੇ ਹੀ ਜਾਣ, ਜਦੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਮਹਾਰਾਜ ਜੀ ਵਾਪਸ ਆਉਂਦੇ ਤਾਂ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦੇ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆ ਕੇ ਸਤਿਗੁਰੂ ਜੀ ਮੱਥਾ ਟੇਕਦੇ, ਨਮਸਕਾਰ ਕਰਦੇ ਤੇ ਫਿਰ ਸੱਚੇ ਪਾਤਸ਼ਾਹ ਜੀ ਮਹਿਲਾ ਨੂੰ ਜਾਇਆ ਕਰਦੇ। ਗਰੀਬ ਨਵਾਜ ਸਤਿਗੁਰੂ ਜੀ ਨੇ ਜਿਸ ਰਾਤ ਸ੍ਰੀ ਆਨੰਦਪੁਰ ਸਾਹਿਬ ਛੱਡਿਆ ਹੈ, ਉਸ ਰਾਤ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਆਏ ਹੈ। ਕੜਾਹ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਨੇ ਕਰਵਾਈ ਹੈ ਅਤੇ ਹਜੂਰ ਨੇ ਪ੍ਰਕਰਮਾ ਕਰਕੇ ਨਮਸਕਾਰ ਕੀਤੀ ਹੈ, ਅਰਦਾਸ ਕੀਤੀ ਹੈ ਤੁਰਨ ਦੀ। ਫਿਰ ਸਤਿਗੁਰੂ ਜੀ ਨੇ ਕਿਹਾ ਕਿ ਕੋਈ ਸਿੱਖ ਪਿਤਾ ਜੀ ਦੇ ਪਾਵਨ ਅਸਥਾਨ ਤੇ ਸੇਵਾ ਕਰੇ। ਸਭ ਨੇ ਕਿਹਾ, ਮਹਾਰਾਜ ਤੁਹਾਡੇ ਜਾਣ ਤੋਂ ਬਾਅਦ ਤੁਰਕ ਜਿਹੜੇ ਆ ਇਸ ਨਗਰੀ ਨੂੰ ਉਜਾੜ ਦੇਣਗੇ, ਕੀ ਹਾਲ ਕਰਨਗੇ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਕੋਈ ਸਿੱਖ ਆਵੇ ਜਿਹੜਾ ਪਿਤਾ ਜੀ ਦੇ ਅਸਥਾਨ ਤੇ ਜੋਤ ਜਗਾਵੇ ਤੇ ਸਫਾਈ ਆਦਿਕ ਦੀ ਸੇਵਾ ਕਰੇ। ਫਿਰ ਗੁਰਬਖਸ਼ ਨਾਮੇ ਸਿੱਖ ਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਸਤਿਗੁਰੂ ਆਪ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕਰੋ। ਹਜੂਰ ਨੇ ਬਖਸ਼ਿਸ਼ ਕੀਤੀ, ਆਗਿਆ ਕੀਤੀ ਕਿ ਇਸ ਅਸਥਾਨ ਤੋਂ 4 ਪਦਾਰਥ ਪ੍ਰਾਪਤ ਹੋਣਗੇ। ਫਿਰ ਉਸ ਗੁਰਬਖਸ਼ ਸਿੱਖ ਨੇ ਆਖਿਆ, ਮਹਾਰਾਜ ਜੀ ਇੱਥੇ ਛਕਣ ਨੂੰ ਮੈਨੂੰ ਕੀ ਪ੍ਰਾਪਤ ਹੋਵੇਗਾ? ਰਸ ਦਾ ਭਰਿਆ ਗੱਡਾ ਸਤਿਗੁਰੂ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆਂ ਕਿਹਾ, ਪਿਤਾ ਜੀ ਦੇ ਅਸਥਾਨ ਦੇ ਉੱਤੇ ਕਦੀ ਕੋਈ ਕਮੀ ਨਹੀਂ ਹੋਵੇਗੀ।
ਜੇ ਇੱਥੋਂ ਜਿਹੜਾ ਵੀ ਅਰਦਾਸ ਕਰਕੇ ਕੋਈ ਦਾਤ ਮੰਗੇਗਾ ਉਸ ਨੂੰ ਸਭ ਦਾਤਾਂ ਪ੍ਰਾਪਤ ਹੋਣਗੀਆਂ। ਮਹਾਰਾਜ ਦੇ ਇਹ ਕਹੇ ਹੋਏ ਸ਼੍ਰੀ ਮੁਖਵਾਕ ਹਨ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿਨ੍ਹਾਂ ਸਤਿਗੁਰਾਂ ਨੂੰ ਯਾਦ ਕਰਦਿਆਂ ਹੀ ਨੌ ਨਿਧੀਆਂ ਧਾ ਕੇ ਆ ਜਾਂਦੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਭ ਥਾਵਾਂ ਤੇ ਸਿੱਖਾਂ ਦੇ ਸਹਾਇਕ ਹੁੰਦੇ ਐ। ਐਸੇ ਦੀਨ ਦਿਆਲ ਸਤਿਗੁਰੂ ਜੀ ਨੇ ਤਿਲਕ ਤੇ ਜੰਝੂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ। ਹਜੂਰ ਦਾ ਅੱਜ ਸ਼ਹੀਦੀ ਗੁਰਪੁਰਬ ਹੈ। ਪਿਛਲੇ ਦਿਨਾਂ ਤੋਂ ਮਹਾਰਾਜ ਜੀ ਦੀ ਸ਼ਹਾਦਤ ਦੇ ਪ੍ਰਸੰਗ ਆਰੰਭ ਹੋਏ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਦਿੱਲੀ ਦੇ ਅੰਦਰ ਮਹਾਰਾਜ ਜੀ ਆਪਣੀ ਸ਼ਹਾਦਤ ਦਿੱਤੀ ਹੈ, ਕਿਵੇਂ ਸਤਿਗੁਰੂ ਜੀ ਨੇ ਭੋਗ ਦੇ ਸ਼ਲੋਕ ਲਿਖ ਕਰਕੇ ਭੇਜੇ ਸੀਗੇ। ਫਿਰ ਮਹਾਰਾਜ ਜੀ ਨੇ ਉੱਤਰ ਮੰਗਿਆ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਤਰ ਭੇਜਿਆ ਸੀ। ਫਿਰ ਮਹਾਰਾਜ ਗੁਰਿਆਈ ਸੌਂਪੀ ਹੈ। ਫਿਰ ਸੱਚੇ ਪਾਤਸ਼ਾਹ ਆਪ ਸ਼ਹੀਦ ਹੋਣ ਦਾ ਭੇਦ ਦੱਸਿਆ ਹੈ। ਇਹ ਸਾਰਾ ਇਤਿਹਾਸ ਆਪਾਂ ਪਿਛਲੇ ਕੁਝ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਅੱਜ ਸਤਿਗੁਰੂ ਜੀ ਦੇ ਸ਼ਹੀਦੀ ਪੁਰਬ 'ਤੇ ਇਸ ਪ੍ਰਸੰਗ ਦੀ ਆਪਾਂ ਸਮਾਪਤੀ ਕਰਦੇ ਹਾਂ, ਕਿਉਂਕਿ ਲੜੀਵਾਰ ਕਥਾ ਤਾਂ ਬਹੁਤ ਅਨੰਤ ਹੈ। ਇਹ ਕਥਾ ਦਾ ਸਮੁੰਦਰ ਹੈ ਜੋ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਸਤਿਗੁਰਾਂ ਦਾ ਜੀਵਨ ਲਿਖਿਆ। ਕੇਵਲ ਮਹਾਰਾਜ ਜੀ ਦੇ ਸ਼ਹੀਦੀ ਸਾਕੇ ਦੀ ਇਹ ਵਿੱਚੋਂ ਕਥਾ ਜਿਹੜੀ ਆ ਆਪ ਸੰਗਤਾਂ ਨਾਲ ਸਾਂਝ ਪਾਈ ਹੈ। ਸਤਿਗੁਰੂ ਜੀ ਮਿਹਰ ਕਰਨ, ਗਰੀਬ ਨਵਾਜ ਆਪਣੀ ਪਿਆਰੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸ਼ਰਮਤ ਭਇਓ ਨਹਿ ਮਗ ਬਿਖੈ, ਨਿਸਮਹਿ ਨਹਿ ਡਰ ਪਾਏ। ਹੋਏ ਨਿਸ਼ੰਕ ਇਕ ਮਨ ਚਲਿਓ, ਹੁਤੋ ਹੁਕਮ ਜਿਸ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।